ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਕੈਨੇਡਾ ਭਰ ਦੇ ਵਿੱਚ ਕੋਵਿਡ-19 ਦੇ ਆંકੜੇ ਲਗਾਤਾਰ ਵਧਦੇ ਜਾ ਰਹੇ ਹਨ। ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਨਵੇਂ ਵੇਰੀਐਂਟ ਦੇ ਕੇਸਿਸ ਤੇਜ਼ੀ ਦੇ ਨਾਲ ਫੈਲ ਰਹੇ ਹਨ, ਜਿਸ ਕਰਕੇ ਸ਼ਾਇਦ ਕੈਨੇਡਾ ਨੂੰ ਤੀਜੀ ਵੇਵ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਹੈਲਥ ਆਫੀਸ਼ੀਅਲਸ ਵੱਲੋਂ ਬੀਤੇ ਦਿਨੀ ਜਾਰੀ ਕੀਤੇ ਗਏ ਨਵੇਂ ਮਾਡਲਿੰਗ ਨੰਬਰਸ ਦੇ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਰਿਸਟ੍ਰਿਕਸ਼ਨਸ ਹਟਾਈਆਂ ਜਾਂਦੀਆਂ ਹਨ ਤੇ ਇੱਕ ਦਿਨ ਦੇ ਵਿੱਚ 20,000 ਦੇ ਕਰੀਬ ਨਵੇਂ ਕੇਸਿਸ ਰਿਪੋਰਟ ਕੀਤੇ ਜਾ ਸਕਦੇ ਹਨ। ਉੱਥੇ ਹੀ ਦੂਜੇ ਪਾਸੇ ਰਿਸਟ੍ਰਿਕਸ਼ਨਸ ਤੋਂ ਪਰੇਸ਼ਾਨ ਕਈ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਅਤੇ ਹੈਲਥ ਆਫੀਸ਼ੀਅਲਸ ਵੱਲੋਂ ਪਹਿਲੀਆਂ ਕੀਤੀਆਂ ਗਈਆਂ ਸਾਰੀਆਂ ਪ੍ਰੈਡਿਕਸ਼ਨਸ ਓਵਰਸਟੇਟਡ ਸਨ। ਕੀ ਕੈਨੇਡਾ ਨੂੰ ਤੀਜੀ ਵੇਵ ਦਾ ਸਾਹਮਣਾ ਕਰਨਾ ਪਏਗਾ ਜਾਂ ਫਿਰ ਨਹੀਂ? ਕਿੰਨੀ ਖਤਰਨਾਕ ਹੋ ਸਕਦੀ ਹੈ ਤੀਜੀ ਵੇਵ ਅਤੇ ਇਸ ਪੂਰੇ ਦਾ ਹੈਲਥ ਕੇਅਰ ਸਿਸਟਮ ਉੱਤੇ ਕਿੰਨਾ ਅਸਰ ਪੈ ਸਕਦਾ ਹੈ? ਇਸ ਸੰਬੰਧੀ ਅਸੀਂ ਗੱਲਬਾਤ ਕੀਤੀ ਵਿਲੀਅਮ ਔਸਟਰ ਹੈਲਥ ਸਿਸਟਮ ਤੋਂ ਐਮਰਜੈਂਸੀ ਫਿਜ਼ੀਸ਼ੀਅਨ ਡਾਕਟਰ ਗੁਰਜੀਤ ਸਿੰਘ ਬਾਜਵਾ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਡਾਕਟਰ ਬਾਜਵਾ, ਥੈਂਕ ਯੂ ਫॉर ਜੁਆਇਨਿੰਗ ਪੀਟੀਸੀ ਪੰਜਾਬੀ ਵਾਂਸ ਅਗੇਨ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਬਾਜਵਾ, ਅਸੀਂ ਦੇਖ ਰਹੇ ਹਾਂ ਕਿ ਵੈਕਸੀਨ ਵਰਸਸ ਵੇਰੀਐਂਟ ਰੇਸ ਜਿਹੜੀ ਹੈਗੀ ਉਹ ਇਸ ਵੇਲੇ ਚੱਲ ਰਹੀ ਹੈ। ਰੇਸ ਹੈਗੀ ਹੈ ਕਿ ਜਲਦ ਤੋਂ ਜਲਦ ਵੈਕਸੀਨ ਪ੍ਰੋਡਿਊਸ ਕੀਤੀ ਜਾਏ ਸੋ ਦੈਟ ਨਵੇਂ ਵੇਰੀਐਂਟਸ ਜਿਹੜੇ ਨੇ ਉਹਨਾਂ ਨੂੰ ਆਉਣ ਤੋਂ ਰੋਕਿਆ ਜਾਏ। ਨਾਲ ਹੀ ਜਿਹੜੀ ਫੈਡਰਲ ਹੈਲਥ ਆਫੀਸ਼ੀਅਲਸ ਹੈਗੇ ਨੇ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਨਵੇਂ ਮਾਡਲਿੰਗ ਨੰਬਰਸ ਵੀ ਰਿਲੀਜ਼ ਕੀਤੇ ਗਏ, ਜਿਸ ਮੁਤਾਬਕ ਸਾਹਮਣੇ ਆਇਆ ਕਿ ਜੇਕਰ ਰਿਸਟ੍ਰਿਕਸ਼ਨਸ ਹਟਾਈਆਂ ਜਾਂਦੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੇਰੀਐਂਟ ਦੇ ਇੱਕ ਦਿਨ ਦੇ ਵਿੱਚ 20,000 ਦੇ ਕਰੀਬ ਕੇਸਿਸ ਜਿਹੜੇ ਨੇ ਉਹ ਰਿਪੋਰਟ ਕੀਤੇ ਜਾ ਸਕਦੇ ਹਨ। ਪਰ ਰਿਸਟ੍ਰਿਕਸ਼ਨ ਜ਼ਰੂਰ ਹਟਾਉਣ ਦੀ ਗੱਲ ਆਉਂਦੀ ਹੈ, ਰਿਸਟ੍ਰਿਕਸ਼ਨ ਜ਼ਰੂਰ ਲਗਾਉਣ ਦੀ ਗੱਲ ਆਉਂਦੀ ਹੈ ਤੇ ਆਫ ਕੋਰਸ ਪੀਪਲ ਆਰ ਗੈਟਿੰਗ ਅਨੋਇਡ ਐਂਡ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਜਿਹੜੇ ਹੈਲਥ ਪ੍ਰੋਫੈਸ਼ਨਲ ਐਂਡ ਸਰਕਾਰ ਵੱਲੋਂ ਜਿਹੜੀਆਂ ਪਹਿਲੀਆਂ ਸਾਰੀਆਂ ਪ੍ਰੈਡਿਕਸ਼ਨਸ ਕੀਤੀਆਂ ਗਈਆਂ ਸਨ ਦੋਜ਼ ਵਰ ਓਵਰਸਟੇਟਡ। ਜਿਸਲੇ ਦੀ ਇਸ ਤਰ੍ਹਾਂ ਕਿ ਜਿਹੜੀ ਉਹ ਮਾਡਲਸ ਵਰਤਦੇ ਹੁੰਦੇ ਉਹ ਸਾਰੇ ਮੈਥਮੈਟੀਕਲ ਮਾਡਲਸ ਹੁੰਦੇ ਆ। ਮੈਥਮੈਟੀਕਲ ਮਾਡਲਸ ਦੇ ਵਿੱਚ ਬਹੁਤ ਸਾਰੇ ਫੈਕਟਰਸ ਹੈਗੇ ਜਿਨ੍ਹਾਂ 'ਤੇ ਕੰਟਰੋਲ ਨਹੀਂ ਕੀਤਾ ਜਾ ਸਕਦਾ। ਹੁਣ ਉਹ ਇਹ ਨਹੀਂ ਦੱਸ ਸਕਦੇ ਹੈਗੇ ਕਿ ਲੋਕ ਕਿੰਨਾ ਕੁ ਬਾਹਰ ਜਾਣਗੇ, ਕਿੰਨਾ ਕੁ ਗੈਦਰ ਹੋਣਗੇ, ਕੰਮ 'ਤੇ ਜਾਣਗੇ ਜਾਂ ਨਹੀਂ ਜਾਣਗੇ, ਅੱਜ ਉਹਨਾਂ ਨੇ 2 ਸਟੋਰਸ 'ਤੇ ਜਾਣਾ ਜਾਂ ਉਹਨਾਂ ਨੇ 5 ਸਟੋਰਸ 'ਤੇ ਜਾਣਾ। ਸੋ ਇਸ ਕਰਕੇ ਉਹ ਮੈਥਮੈਟੀਕਲ ਮਾਡਲਸ ਹੁੰਦੇ ਹੈ ਜਿਨ੍ਹਾਂ 'ਤੇ ਬਹੁਤਾ ਜ਼ਿਆਦਾ ਭਰੋਸਾ ਨਹੀਂ ਰੱਖ ਸਕਦੇ, ਉਹ ਸਿਰਫ ਅੰਦਾਜ਼ਾ ਹੀ ਹੁੰਦਾ। ਤੇ ਉਹ ਵੇਰੀਐਂਟਸ ਉਹਨਾਂ ਦੇ ਮੁਤਾਬਕ ਸਹੀ ਸੀ ਵੈਸੇ ਇੱਕ ਗੱਲੋਂ ਕਿ ਜੇ ਅਸੀਂ ਇਹ ਚੀਜ਼ 'ਤੇ ਮੋੜਾ ਨਾ ਪਾਇਆ ਤੇ ਇਸ ਤੇ ਬਹੁਤ ਜ਼ਿਆਦਾ ਵੱਧ ਜਾਣਗੇ। ਕਿਸ ਨੰਬਰ ਤੱਕ ਵਧਣਗੇ ਉਹ ਤਾਂ ਖੈਰ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ, ਪਰ ਉਸ ਪੱਖੋਂ ਸਹੀ ਸੀ। ਜੇ ਲੋਕਡਾਊਨ ਨਾ ਹੁੰਦਾ, ਜੇ ਇਸ ਚੀਜ਼ 'ਤੇ ਕੰਟਰੋਲ ਨਾ ਹੁੰਦਾ ਤੇ ਇਹ ਜਿਹੜਾ ਸੈਕਿੰਡ ਵੇਵ ਸੀ ਬਹੁਤ ਜ਼ਿਆਦਾ ਭਿਆਨਕ ਹੋਣਾ ਸੀ, ਜਿਹਦੇ ਵਿੱਚ ਹੌਸਪੀਟਲਸ ਦੀ ਕੈਪੈਸਿਟੀ ਤੋਂ ਵੱਧ ਜਾਣਾ ਸੀਗਾ ਇਹ ਬਿਮਾਰੀ, ਤੇ ਹੌਸਪੀਟਲਸ ਕੋਲੋਂ ਪੇਸ਼ੈਂਟਸ ਸਾਂਭੇ ਨਹੀਂ ਸੀ ਜਾਣੇ ਹੈਗੇ। ਸੋ ਇਸ ਕਰਕੇ ਆਪਣੇ ਵੱਲੋਂ ਉਹਨਾਂ ਨੇ ਸਹੀ ਕੀਤਾ ਸੀਗਾ ਤੇ ਲੋਕਾਂ ਨੇ ਵੀ ਆਪਣੇ ਵੱਲੋਂ ਪੂਰੀ ਸਹਾਇਤਾ ਦਿੱਤੀ ਇਹਦੇ ਵਿੱਚ, ਤੇ ਤਾਂ ਕਰਕੇ ਉਹ ਜਿਹੜਾ ਸੈਕਿੰਡ ਵੇਵ ਸੀ ਉਹ ਤਕਰੀਬਨ ਲੰਘ ਗਿਆ ਹੋਇਆ ਤੇ ਉਹਦੇ ਵਿੱਚ ਸਾਡਾ ਹੈਲਥ ਕੇਅਰ ਸਿਸਟਮ ਕੋਲੈਪਸ ਨਹੀਂ ਹੋਇਆ ਤੇ ਇਸ ਕਰਕੇ ਬਚਾਅ ਹੋ ਗਿਆ। ਡਾਕਟਰ ਬਾਜਵਾ, ਕੀ ਲੱਗਦਾ ਹੈ ਕਿ ਕੋਵਿਡ-19 ਵੇਰੀਐਂਟਸ ਦਾ ਫੈਲਣਾ ਹੋਰ ਪਾਬੰਦੀਆਂ ਨੂੰ ਹਟਾਉਣਾ, ਲੱਗਦਾ ਕਿ ਥਰਡ ਵੇਵ ਦੀ ਸੰਭਾਵਨਾ ਜਿਹੜੀ ਉਹ ਇਸ ਨਾਲ ਹੋ ਸਕਦੀ ਹੈ? ਜੇਕਰ ਥਰਡ ਵੇਵ ਆਂਦੀ ਵੀ ਹੈ, ਕਿਉਂਕਿ ਫਰਸਟ ਤੋਂ ਬਾਅਦ ਅਸੀਂ ਸੈਕਿੰਡ ਵੀ ਦੇਖੀ, ਸੋ ਜੇਕਰ ਥਰਡ ਵੇਵ ਆਂਦੀ ਵੀ ਹੈ ਕਿੰਨੀ ਸੀਵੀਅਰ ਹੋ ਸਕਦੀ ਹੈ ਸਿਚੁਏਸ਼ਨ? ਲੱਗਦਾ ਇਸ ਤਰ੍ਹਾਂ ਹੈ ਕਿ ਸੀਵੀਅਰ ਕਾਫੀ ਹੋ ਸਕਦੀ ਹੈ, ਕਿਉਂਕਿ ਪਹਿਲੇ ਵੇਵ ਤੋਂ ਬਾਅਦ ਉਹ ਵੇਵ ਵੀ ਬਹੁਤਾ ਛੋਟਾ ਜਿਹਾ ਸੀਗਾ ਤੇ ਉਹਦੇ ਵਿੱਚ ਫਿਰ ਜਾ ਕੇ ਜਦੋਂ ਬਾਟਮ ਤੇ ਪਹੁੰਚ ਗਿਆ ਸੀਗਾ ਤੇ ਰੋਜ਼ ਦੇ ਤਾਂ ਬਹੁਤ ਚੁਣਵੇਂ ਜਿਹੇ ਕੇਸਿਸ ਸੀਗੇ, 8-10 ਕੇਸਿਸ ਸੀਗੇ ਤੇ ਹੌਸਪੀਟਲਾਈਜੇਸ਼ਨ ਆਲਮੋਸਟ 0 ਤੱਕ ਪਹੁੰਚ ਗਈਆਂ ਹੋਈਆਂ ਸੀ ਤੇ ਰੋਜ਼ ਦੇ ਕੇਸਿਸ ਲੈਸ ਦੈਨ 100 ਸੀ। ਸੈਕਿੰਡ ਵੇਵ ਕਾਫੀ ਵੱਡਾ ਸੀ ਤੇ ਉਹਦੇ ਵਿੱਚ ਸੈਕਿੰਡ ਵੇਵ ਜਦੋਂ ਹਟ ਗਿਆ, ਹੁਣ ਇਸ ਵੇਲੇ ਟਲਿਆ ਹੋਇਆ ਤੇ ਉਹਦੇ ਵਿੱਚ ਜਿਵੇਂ ਪਹਿਲਾਂ ਰੋਜ਼ ਦੇ 100 ਕੇਸਿਸ ਤੋਂ ਘੱਟ ਸੀ, ਹੁਣ ਇਸ ਵੇਲੇ ਹਜੇ ਵੀ 1000 ਰੋਜ਼ ਦੇ ਕੇਸਿਸ ਹੈਗੇ ਓਨਟਾਰੀਓ ਦੇ ਵਿੱਚ। ਸੋ ਇਸ ਕਰਕੇ ਇਹਦਾ ਜਿਹੜਾ ਬਾਟਮ ਹੈ ਦੂਜੇ ਬਾਟਮ ਨਾਲੋਂ ਕਿਤੇ ਜ਼ਿਆਦਾ ਹੈ। ਸੋ ਇਸ ਕਰਕੇ ਕਮਿਊਨਿਟੀ ਦੇ ਵਿੱਚ ਕੋਵਿਡ ਵਾਇਰਸ ਕਾਫੀ ਹਲੇ ਹੈ। ਸੋ ਇਸ ਕਰਕੇ ਲੱਗਦਾ ਹੈ ਕਿ ਜਿਹੜਾ ਥਰਡ ਵੇਵ ਜਦੋਂ ਆਏਗਾ ਉਹ ਇਸ ਤੋਂ ਵੀ ਜ਼ਿਆਦਾ ਹੋਏਗਾ। ਸੋ ਮਾਡਲਸ ਤਾਂ ਇਹੀ ਪ੍ਰੋਡਿਕਟ ਕਰਦੇ ਆ ਤੇ ਲੱਗਦਾ ਵੀ ਹੈ ਕਿ ਇਹ ਚੀਜ਼ ਹੋਏਗੀ, ਕਿਉਂਕਿ ਨਵੇਂ ਵੇਰੀਐਂਟਸ ਆ ਗਏ ਹੋਏ ਆ। ਨਵੇਂ ਵੇਰੀਐਂਟਸ ਕਾਫੀ ਸੀਰੀਅਸ ਨੇ,
ਇੱਕ ਗੱਲੋਂ ਸੀਰੀਅਸ ਨੇ ਕਿਉਂਕਿ ਉਹ ਫੈਲਦੇ ਬਹੁਤ ਜ਼ਿਆਦਾ ਹੈ। ਦੂਜੀ ਪਹਿਲੀ ਵਾਇਰਸ ਓਰੀਜਨਲ ਵੇਰੀਐਂਟ ਨਾਲੋਂ ਕਾਫੀ ਜ਼ਿਆਦਾ ਫੈਲਦੇ ਆ। ਦੂਜੀ ਗੱਲ ਇਹ ਹੈ ਕਿ ਉਹ ਥੋੜ੍ਹੇ ਜਿਹੇ ਸੀਰੀਅਸ ਵੀ ਹੈ ਕਿ ਉਹਨਾਂ ਦੇ ਮੌਤ ਹੋਣ ਦੇ ਵੀ ਚਾਂਸਿਸ ਉਹਦੇ ਦੂਜੇ ਵੇਰੀਐਂਟਸ ਦੇ ਵਿੱਚ ਜ਼ਿਆਦਾ ਹੈ। ਸੋ ਇਸ ਪੱਖੋਂ ਡਰ ਲੱਗਦਾ ਹੈ ਕਿ ਥਰਡ ਵੇਵ ਜਿਹੜਾ ਕਾਫੀ ਸੀਰੀਅਸ ਹੋ ਸਕਦਾ ਹੈ। ਪਰ ਉਹਦਾ ਜਿਹੜਾ ਆਪੋਜ਼ਿਟ ਹੈ ਤੇ ਉਹਦਾ ਜਿਹੜਾ ਕੰਟਰੋਲ ਕਰਨ ਦੇ ਫੈਕਟਰਸ ਉਹ ਇਹ ਹੈ ਕਿ ਲੋਕਾਂ ਨੂੰ ਵੀ ਸਮਝ ਲੱਗ ਗਈ ਹੋਈ ਹੈ ਹੁਣ ਕਿ ਪਹਿਲੇ ਵੇਵ ਦੇ ਵਿੱਚ ਸੈਕੰਡ ਵੇਵ ਦੇ ਵਿੱਚ ਲੋਕਾਂ ਦੀ ਗੈਦਰਿੰਗਸ ਜਿਹੜੀਆਂ ਹੋਣ ਲੱਗ ਪਈਆਂ ਸੀਗੀਆਂ ਈਵਨ ਅਪ ਟੂ ਕ੍ਰਿਸਮਸ ਵੇਲੇ ਵੀ ਲੋਕਾਂ ਨੂੰ ਪਤਾ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਗੈਦਰਿੰਗਸ ਕੀਤੀਆਂ। ਉਹ ਚੀਜ਼ ਨੌਲੇਜ ਦੇ ਨਾਲ ਹੁਣ ਤਾਂ ਕਰਕੇ ਲੱਗਦਾ ਹੈ ਕਿ ਹੋ ਸਕਦਾ ਕਿ ਲੋਕਾਂ ਦੀ ਸਮਝ ਦੇ ਵਿੱਚ ਇਹ ਗੱਲ ਆ ਗਈ ਹੋਈ ਹੈ ਤੇ ਥੋੜ੍ਹਾ ਜਿਹਾ ਅੱਗੇ ਨੂੰ ਖਿਆਲ ਰੱਖਣਗੇ। ਦੂਜੀ ਗੱਲ ਇਹ ਹੈ ਕਿ ਬਹੁਤ ਵੱਡੀ ਜਿਹੜੀ ਗੱਲ ਇਹ ਹੈ ਕਿ ਵੈਕਸੀਨਸ ਆ ਗਈਆਂ ਹੁਣ। ਇਹ ਚੀਜ਼ ਦਾ ਸਭ ਤੋਂ ਵੱਡੀ ਉਡੀਕ ਸੀ। ਸਭ ਤੋਂ ਬਿਗੇਸਟ ਫੈਕਟਰ ਇਸ ਬਿਮਾਰੀ ਨੂੰ ਖਤਮ ਕਰਨ ਦੇ ਵਿੱਚ ਇਹ ਵੈਕਸੀਨਸ ਨੇ। ਸੋ ਇਹ ਵੈਕਸੀਨਸ ਸ਼ੁਰੂ ਹੋ ਗਈਆਂ ਹੋਈਆਂ ਤੇ ਜੇ ਆਪਾਂ ਸਕਸੈਸ ਮਾਡਲਸ ਦੇਖੀਏ ਦੁਨੀਆ ਦੇ ਵਿੱਚ ਇਜ਼ਰਾਈਲ ਦੇ ਵਿੱਚ ਤੇ ਉਹਨਾਂ ਨੇ ਇੰਨੇ ਜ਼ਿਆਦਾ ਲੋਕਾਂ ਦੇ ਆਲਮੋਸਟ ਅੱਧੇ ਤੋਂ ਜ਼ਿਆਦਾ ਸਾਰੀ ਪੋਪੂਲੇਸ਼ਨ ਉਹਨਾਂ ਦੀ ਵੈਕਸੀਨੇਟਡ ਹੋ ਚੁੱਕੀ ਹੈ। ਉਹਦੇ ਵਿੱਚ ਜਿਹੜੇ ਅਰਲੀ ਮਾਡਲਸ ਦੱਸਦੇ ਤੇ ਕਿ ਡੈਥ ਰੇਟਸ ਬਿਲਕੁਲ ਡਿੱਗੇ ਹੋਏ ਹੈ, ਹਸਪੀਟਲਾਈਜੇਸ਼ਨਸ, ICU ਐਡਮਿਸ਼ਨ ਸਾਰੇ ਡਿੱਗੇ ਹੋਏ ਇੱਕਦਮ ਹੀ। ਸੋ ਇਸ ਕਰਕੇ ਉਮੀਦ ਹੈ ਜਦੋਂ ਲੋਕਾਂ ਨੂੰ ਇੱਥੇ ਵੈਕਸੀਨਸ ਆ ਗਈਆਂ ਤੇ ਲੱਗਣ ਲੱਗ ਪਈਆਂ ਤੇ ਫਿਰ ਉਦੋਂ ਉਮੀਦ ਕਾਫੀ ਹੋਏਗੀ ਕਿ ਇਸ ਥਰਡ ਵੇਵ ਦੇ ਉੱਪਰ ਕਾਫੀ ਉੱਪਰ ਸੱਟ ਲਾ ਸਕਦੇ ਆ ਤੇ ਇਹਨਾਂ ਥਰਡ ਵੇਵ ਜ਼ਿਆਦਾ ਭਿਆਨਕ ਨਹੀਂ ਹੋਏਗਾ। ਜੀ ਡਾਕਟਰ ਬਾਜਵਾ, ਜਿਸ ਤਰ੍ਹਾਂ ਅਸੀਂ ਨਵੇਂ ਵੇਰੀਐਂਟਸ ਦੀ ਗੱਲ ਕਰ ਰਹੇ ਹੈਗੇ ਆ, ਇਸ ਵੇਲੇ ਕੈਨੇਡਾ ਦੇ ਵਿੱਚ ਵੀ ਅਰਾਊਂਡ 1000 ਦੇ ਕਰੀਬ ਵੇਰੀਐਂਟਸ ਦੇ ਜਿਹੜੇ ਨਵੇਂ ਕੇਸਿਸ ਰਿਪੋਰਟ ਕੀਤੇ ਜਾ ਚੁੱਕੇ ਨੇ। ਈਵਨ ਕਈ ਸੂਬਿਆਂ ਦੇ ਵਿੱਚ ਜਿਹੜੇ ਹੈਗੇ ਨੇ ਕਮਿਊਨਿਟੀ ਟ੍ਰਾਂਸਮਿਸ਼ਨ ਵੀ ਰਿਪੋਰਟ ਕੀਤਾ ਜਾ ਰਿਹਾ ਹੈ। ਸੋ ਕਹਿ ਸਕਦੇ ਹਾਂ ਜਿੰਨੇ ਅੰਕੜੇ ਅਸੀਂ ਦੇਖ ਰਹੇ ਹਾਂ ਉਸ ਤੋਂ ਕਈ ਜ਼ਿਆਦਾ ਨੰਬਰਸ ਹੈਗੇ ਨੇ, ਕਈ ਜ਼ਿਆਦਾ ਜਿਹੜਾ ਵੇਰੀਐਂਟ ਹੈਗੇ ਨੇ ਉਹ ਫੈਲ ਰਹੇ ਹੈਗੇ ਨੇ। ਤੁਹਾਨੂੰ ਲੱਗਦਾ ਹੈ ਕਿ ਥਰਡ ਵੇਵ ਨੂੰ ਕੈਨੇਡਾ ਹੈਂਡਲ ਕਰ ਸਕਦਾ ਹੈ? ਜਿਹੜੀ ਰਿਪੋਰਟਿੰਗ ਹੈ ਨਾ ਇਹਦੀ ਥਰਡ ਵੇਵ ਦੀ, ਜਿਵੇਂ ਤੁਸੀਂ ਆਖਿਆ ਯੂ ਆਰ ਰਾਈਟ ਕਿ ਇਹਦੀ ਅੰਡਰ ਰਿਪੋਰਟਿੰਗ ਹੋ ਰਹੀ ਹੈ ਕਿ ਸਿਰਫ 1000 ਕੇਸਿਸ ਆ ਗਏ ਹੋਏ। ਇਸ ਤੋਂ ਵੱਧ ਤੇ ਕਈ ਗੁਣਾ ਵੱਧ ਹੋਣਗੇ ਰੀਅਲ ਨੰਬਰਸ, ਕਿਉਂਕਿ ਹਰੇਕ ਟੈਸਟ ਦੇ ਉੱਪਰ ਵੇਰੀਏਸ਼ਨ ਦੀ ਟੈਸਟ ਕਰਦੇ ਵੀ ਨਹੀਂ ਹੈਗੇ। ਦੂਜੀ ਗੱਲ ਇਹ ਹੈ ਕਿ ਹਰੇਕ ਜਾਣਾ ਜਿਹੜਾ ਬਿਮਾਰ ਹੁੰਦਾ ਉਹ ਟੈਸਟ ਕਰਾਉਂਦਾ ਵੀ ਨਹੀਂ ਹੈਗਾ। ਕਈ ਫੈਕਟਰਸ ਹੁੰਦੇ ਆ, ਡਰਦੇ ਨਹੀਂ ਹੁੰਦੇ, ਕੰਮ ਤੋਂ ਛੁੱਟੀ ਨਾ ਕਿਤੇ ਮਿਲ ਜੇ, ਸੋ ਇਸ ਕਰਕੇ ਉਹ ਡਰਦੇ ਟੈਸਟ ਕਰਾਉਂਦੇ ਵੀ ਨਹੀਂ ਹੈਗੇ। ਸੋ ਇਸ ਕਰਕੇ ਜੇ ਇਹਨਾਂ ਵੇਰੀਐਂਟਸ ਦੀ ਅੰਡਰ ਰਿਪੋਰਟਿੰਗ ਕਾਫੀ ਹੋ ਰਹੀ ਹੈ ਤੇ ਜਿੰਨੀ ਨੰਬਰਸ ਹੈਗੇ ਇਸ ਵੇਲੇ ਉਸ ਤੋਂ ਵੱਧ ਕਈ ਗੁਣਾ ਵੱਧ ਹੈਗੇ ਇਸ ਵੇਲੇ। ਲੱਗਦਾ ਹੈ ਕਿ ਜਿਵੇਂ ਮੈਂ ਪਹਿਲਾਂ ਫੈਕਟਰਸ ਦੱਸੇ ਹੋਏ ਸੀ ਨਾ ਕਿ ਲੋਕਾਂ ਦੇ ਸਮਝ ਵਿੱਚ ਵੀ ਆ ਗਈ ਹੋਈ ਹੈ, ਵੈਕਸੀਨੇਸ਼ਨਸ ਵੀ ਆ ਗਈਆਂ ਹੋਈਆਂ। ਮੈਨੂੰ ਲੱਗਦਾ ਹੈ, ਉਮੀਦ ਹੈ ਕਿ ਥਰਡ ਵੇਵ ਦੇ ਵਿੱਚੋਂ ਵੀ ਆਪਾਂ ਇਹ ਬਿਨਾਂ ਹੈਲਥ ਕੇਅਰ ਸਿਸਟਮ ਕੋਲੈਪਸ ਹੋਣ ਤੋਂ ਆਪਾਂ ਲੰਘ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਸਿਵੀਅਰ ਤਾਂ ਹੋਏਗਾ ਥਰਡ ਵੇਵ, ਪਰ ਇਹਦੇ ਵਿੱਚੋਂ ਅਸੀਂ ਫੇਰ ਵੀ ਲੰਘ ਜਾਵਾਂਗੇ ਵਿਦਆਊਟ ਆਵਰ ਸਿਸਟਮ ਕੋਲੈਪਸਿੰਗ। ਕਈ ਕਾਰਨਾਂ ਕਰਕੇ, ਸਭ ਤੋਂ ਵੱਡਾ ਕਾਰਨ ਇਹ ਹੈ ਕਿ ਵੈਕਸੀਨੇਸ਼ਨਸ ਤੇ ਲੋਕਾਂ ਦੇ ਸਮਝ ਕਰਕੇ। ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਲੋਕਾਂ ਦੀ ਸਮਝ ਕਰਕੇ, ਆਈ ਵਾਸ ਅਬਾਊਟ ਟੂ ਆਸਕ, ਤੁਹਾਨੂੰ ਲੱਗਦਾ ਹੈ ਕਿਤੇ ਨਾ ਕਿਤੇ ਜਿਹੜੀ ਥਰਡ ਵੇਵ ਦੀ ਸਿਚੁਏਸ਼ਨ ਹੈਗੀ ਹੈ ਉਹ ਇਸ ਉੱਤੇ ਵੀ ਨਿਰਭਰ ਕਰਦੀ ਹੈ ਕਿ ਰਿਸਟ੍ਰਿਕਸ਼ਨਸ ਹਟਣ ਤੋਂ ਬਾਅਦ ਲੋਕੀ ਹੈਲਥ ਆਫੀਸ਼ੀਅਲਸ ਦੀ ਗਾਈਡਲਾਈਨਸ ਨੂੰ ਕਿੰਨੇ ਧਿਆਨ ਦੇ ਨਾਲ ਫੋਲੋ ਕਰਦੇ ਨੇ? ਬਹੁਤ ਸਾਰੇ ਲੋਕ, ਮੈਜੋਰਿਟੀ ਆਫ ਪੀਪਲ ਇਸ ਚੀਜ਼ ਦਾ ਖਿਆਲ ਰੱਖਦੇ ਆ ਤੇ ਪੂਰਾ ਧਿਆਨ ਰੱਖਦੇ ਤੇ ਫੋਲੋ ਕਰ ਵੀ ਰਹੇ ਆ। ਪਰ ਕੁਝ ਲੋਕ ਹੈਗੇ ਆ ਜਿਨ੍ਹਾਂ ਦੇ ਮਜਬੂਰੀਆਂ ਹੁੰਦੀਆਂ ਤੇ ਉਹਨਾਂ ਕਰਕੇ ਉਹ ਫੋਲੋ ਨਹੀਂ ਕਰ ਸਕਦੇ। ਖਾਸ ਕਰਕੇ ਜਿਹੜੇ ਲੋ ਲੈਵਲ ਵੇਜਸ ਵਾਲੇ ਵਰਕਰਸ ਨੇ, ਉਹਨਾਂ ਨੂੰ ਡਰ ਹੁੰਦਾ ਹੈ ਕਿ ਮੈਨੂੰ ਛੁੱਟੀ ਨਾ ਕਿਤੇ ਮਿਲ ਜੇ। ਮਸਾਂ ਕਿਤੇ ਜੌਬ ਮਿਲੀ ਸੀਗੀ ਤੇ ਮੈਂ ਜੇ ਰਿਪੋਰਟ ਕੀਤਾ ਤਾਂ ਮੈਨੂੰ ਛੁੱਟੀ ਮਿਲ ਜਾਣੀ ਹੈ। ਜਿਸ ਕਰਕੇ ਇਸ ਓਨਟਾਰੀਓ ਸਰਕਾਰ ਦੇ ਓਪੋਜੀਸ਼ਨ ਵਾਲਿਆਂ ਨੇ ਬਿੱਲ ਤੇ ਸੁਜੈਸਟ ਕੀਤਾ ਹੋਇਆ ਗਵਰਨਮੈਂਟ ਨੂੰ ਕਿ ਤੁਸੀਂ ਪੇਡ ਸਿਕ ਲੀਵ ਜ਼ਰੂਰ ਕਰੋ। ਪੇਡ ਸਿਕ ਲੀਵ ਦੇ ਨਾਲ ਬਾਈ ਲਾਅ ਐਮਪਲੋਇਰਸ ਕਿਸੇ ਐਮਪਲੋਈ ਨੂੰ ਫਾਇਰ ਨਹੀਂ ਕਰ ਸਕਦੇ ਜੇ ਉਹ ਬਿਮਾਰ ਹੋ ਜਾਣ। ਤੇ ਇਸ ਕਰਕੇ ਉਹ ਬਹੁਤ ਜ਼ਰੂਰੀ ਚੀਜ਼ ਹੈ। ਇੱਕ ਤਾਂ ਉਹ ਡਰ ਨਹੀਂ ਰਹਿੰਦਾ, ਦੂਜੀ ਗੱਲ ਇਹ ਹੈ ਕਿ ਜਦੋਂ ਉਹ ਜਿੰਨੇ ਦਿਨ ਉਹ ਘਰ ਰਹਿੰਦੇ ਆ ਉਹਨਾਂ ਦੀ ਇਨਕਮ ਤਾਂ ਘੱਟੋ ਘੱਟ ਥੋੜ੍ਹੀ ਬਹੁਤੀ ਆਵੇ। ਉਹ ਇਨਕਮ ਤੋਂ ਬਿਨਾਂ ਵੀ ਉਹਨਾਂ ਦਾ ਸਰਦਾ ਨਹੀਂ ਹੈਗਾ। ਸੋ ਇਸ ਕਰਕੇ ਇਹ ਜਿਹੜਾ ਬਿੱਲ ਇਹਨਾਂ ਨੇ ਪ੍ਰਪੋਜ਼ ਕੀਤਾ ਇਹ ਬੜਾ ਅੱਛਾ ਹੈ ਤੇ ਪਾਸ ਇਹਨਾਂ ਨੂੰ ਕਰ ਲੈਣਾ ਚਾਹੀਦਾ। ਜਿਹੜੇ ਨਹੀਂ ਆਖੇ ਲੱਗਣ ਵਾਲੇ ਹੈਗੇ ਉਹ ਵੀ ਹੈਗੇ ਆ,
ਤੇ ਉਹ ਖਾਸ ਕਰਕੇ ਜਿਹੜੇ ਯੂਥ ਨੇ ਉਹ ਥੋੜਾ ਜਿਹਾ ਘੱਟ ਆਖੇ ਲੱਗਦੇ ਆ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਹੈਗਾ, ਪਰ ਜਿਹੜੇ ਕਾਫੀ ਹੱਦ ਦੇ ਜਿਹੜੇ ਨਹੀਂ ਕੰਟਰੋਲ ਕਰਦੇ ਆਪਣੇ ਆਪ ਨੂੰ, ਕਿਉਂਕਿ ਉਹਨਾਂ ਨੂੰ ਡਰ ਨਹੀਂ ਹੈਗਾ ਇਸ ਬਿਮਾਰੀ ਦਾ, ਕਿਉਂਕਿ ਉਹ ਏਜ ਕਰਕੇ, ਏਜ ਫੈਕਟਰ ਹੋਣ ਕਰਕੇ, ਜੇ ਉਹ ਬਿਮਾਰ ਹੋ ਵੀ ਗਏ ਤੇ ਹਫਤਾ 2 ਹਫ਼ਤੇ ਉਹਨਾਂ ਨੇ ਬਿਮਾਰ ਰਹਿਣਾ, ਉਸ ਤੋਂ ਬਾਅਦ ਉਹਨਾਂ ਨੇ ਠੀਕ ਹੋ ਜਾਣਾ। ਮੈਜੋਰਿਟੀ ਆਫ ਯੂਥ ਨੂੰ ਇਸ ਤਰ੍ਹਾਂ ਹੀ ਹੁੰਦਾ ਹੈ, ਇਸ ਕਰਕੇ ਉਹ ਥੋੜਾ ਜਿਹਾ ਡਰਦੇ ਘੱਟ ਹੈ ਇਸ ਚੀਜ਼ ਤੋਂ, ਤੇ ਉਹ ਪ੍ਰੀਕਾਸ਼ਨਸ ਵੀ ਥੋੜਾ ਜਿਹਾ ਘੱਟ ਰੱਖਦੇ ਆ। ਜੀ ਡਾਕਟਰ ਬਾਜਵਾ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਵਿਲੀਅਮ ਔਸਲਰ ਹੈਲਥ ਸਿਸਟਮ ਤੋਂ ਐਮਰਜੈਂਸੀ ਫਿਜ਼ੀਸ਼ੀਅਨ ਡਾਕਟਰ ਗੁਰਜੀਤ ਸਿੰਘ ਬਾਜਵਾ ਜੀ ਦੇ ਨਾਲ। ਡਾਕਟਰ ਬਾਜਵਾ, ਜਿਸ ਤਰ੍ਹਾਂ ਅਸੀਂ ਵਾਇਰਸ ਦੇ ਵੇਰੀਐਂਟਸ ਦੀ ਗੱਲ ਕਰ ਰਹੇ ਹੈਗੇ ਆ, ਐਕਸਪਰਟਸ ਦਾ ਕਹਿਣਾ ਹੈਗਾ ਕਿ ਜਿਹੜਾ ਵਾਇਰਸ ਹੈ ਉਹ ਰੈਸਪੀਰੇਟਰੀ ਡ੍ਰੌਪਲੇਟਸ ਦੇ ਥਰੂ ਟ੍ਰਾਂਸਮਿਟ ਹੋਇਆ ਹੈ। ਇਹ ਜਿਹੜਾ ਡਿਜ਼ੀਜ਼ ਹੈਗਾ ਉਹ ਕਿਡਨੀਜ਼ ਨੂੰ, ਲੰਗਸ ਨੂੰ, ਬ੍ਰੇਨ ਨੂੰ ਇਫੈਕਟ ਕਰ ਰਿਹਾ ਹੈ ਲੋਕਾਂ ਦੇ ਹਾਰਟ ਨੂੰ ਵੀ ਕਾਫੀ ਇਫੈਕਟ ਕਰ ਰਿਹਾ ਹੈ। ਤੁਹਾਨੂੰ ਲੱਗਦਾ ਹੈ ਕਿ ਗਵਰਨਮੈਂਟ ਨੂੰ ਪੋਸਟ ਪੈਂਡੈਮਿਕ ਕਲੀਨਿਕ ਵੀ ਸੈਟਅਪ ਕਰਨੇ ਚਾਹੀਦੇ ਨੇ ਲੋਕਾਂ ਦੀ ਮਦਦ ਲਈ? ਇਹਦੇ ਬਿਮਾਰੀ ਦੇ ਨਾਲ ਇੱਕ ਨਵੀਂ ਚੀਜ਼ ਇਹੋ ਜਿਹੀ ਆਈ ਹੈ ਜਿਹਨੂੰ ਕਹਿੰਦੇ ਆ ਲੌਂਗ ਹਾਲ ਸਿੰਡਰੋਮ। ਲੌਂਗ ਹਾਲ ਹੁੰਦਾ ਹੈ ਮਤਲਬ ਲੰਮਾ ਰੂਟ ਤੇ ਇਹ ਬਿਮਾਰੀ ਆਮ ਤੌਰ ਤੇ 1 ਜਾਂ 2 ਹਫ਼ਤੇ ਹੋ ਕੇ ਤੇ ਖਤਮ ਹੋ ਜਾਂਦੀ ਹੈ। ਬਾਡੀ ਦਾ ਇਮਿਊਨ ਸਿਸਟਮ ਉਹਨੂੰ ਫਾਈਟ ਕਰ ਦਿੰਦਾ, ਉਹਨੂੰ ਖਤਮ ਕਰ ਦਿੰਦੀ ਹੈ। ਮੈਜੋਰਿਟੀ ਆਫ ਪੇਸ਼ੈਂਟਸ ਇਸ ਤਰ੍ਹਾਂ ਹੀ ਹੁੰਦੇ ਆ, ਪਰ ਕੁਝ ਸਮਾਲ ਨੰਬਰ ਉਹਨਾਂ 'ਚ ਇਹ ਵੀ ਹੈ ਜਿਨ੍ਹਾਂ ਨੂੰ ਕਿੰਨੇ ਹਫ਼ਤੇ ਜਾਂ ਕਿੰਨੇ ਮਹੀਨੇ ਵੀ ਇਹ ਬਿਮਾਰੀ ਦੇ ਜਿਹੜੇ ਰਿਜ਼ਲਟ ਹੈ ਉਹ ਜਾਂਦੇ ਹੀ ਨਹੀਂ ਹੈਗੇ। ਉਹਨੂੰ ਕਹਿੰਦੇ ਆ ਲੌਂਗ ਹਾਲ ਸਿੰਡਰੋਮ। ਉਹਦੇ ਵਿੱਚ ਮੇਨ ਸਿੰਪਟਮਸ ਨੇ ਬ੍ਰੇਨ, ਲੰਗਸ ਐਂਡ ਬਾਕੀ ਸਾਰਾ ਸਰੀਰ। ਬ੍ਰੇਨ ਦੇ ਵਿੱਚ ਇਸ ਤਰ੍ਹਾਂ ਹੈ, ਉਹਨੂੰ ਕਹਿੰਦੇ ਆ ਬ੍ਰੇਨ ਫੌਗ ਦੇ ਵਿੱਚ ਮੇਰੀ ਉਹ ਯਾਦਾਸ਼ਤ ਉਹ ਚੀਜ਼ ਨਹੀਂ ਰਹੀ, ਮੈਨੂੰ ਜਿਹੜੇ ਫੋਨ ਨੰਬਰ ਨਹੀਂ ਯਾਦ ਰਹਿੰਦੇ, ਹੁਣ ਕਿਸੇ ਦਾ ਨਾਂ ਨਹੀਂ ਯਾਦ ਰਹਿੰਦਾ, ਜੋ ਮੇਰੀ ਅੱਗੇ ਇੰਨੀ ਸ਼ਾਰਪ ਮਾਈਂਡ ਹੁੰਦੀ ਸੀ ਉਹ ਨਹੀਂ ਰਹੀ। ਉਹ ਇੱਕ ਤਾਂ ਉਹ ਹੈ। ਦੂਜਾ ਹੈਗਾ ਇਹਦੇ 'ਚ ਫੇਫੜਿਆਂ ਤੇ, ਜੇ ਤੁਹਾਡੇ ਫੇਫੜਿਆਂ ਦੇ ਵਿੱਚ ਨਮੋਨੀਆ ਹੋ ਜਾਂਦਾ, ਕੋਵਿਡ ਨਮੋਨੀਆ, ਤੇ ਫਿਰ ਕਿੰਨੇ ਲੋਕ ਤਾਂ ਕਿੰਨੇ ਮਹੀਨੇ ਵੀ ਉਹ ਸਾਹ ਦੀ ਤਕਲੀਫ ਰਹਿੰਦੀ ਹੈ ਉਹਨਾਂ ਨੂੰ। ਕਈ ਲੋਕ ਤਾਂ ਇਸ ਤਰ੍ਹਾਂ ਸੀ ਕਿ 30, 40, 50 ਕਿਲੋਮੀਟਰ ਜਿਹੜੇ ਭੱਜ ਲੈਂਦੇ ਸੀਗੇ ਤੇ ਉਹਨਾਂ ਕੋਲ ਹੁਣ ਅੱਧਾ ਕਿਲੋਮੀਟਰ ਵੀ ਨਹੀਂ ਭੱਜਿਆ ਜਾਂਦਾ। ਸੋ ਇਹ ਦੂਜਾ ਇਫੈਕਟ ਲੰਗਸ ਤੇ। ਤੀਜਾ ਇਹ ਹੈ ਕਿ ਫਟੀਗ, ਮਤਲਬ ਜੋ ਕਿੰਨੇ ਮਹੀਨੇ ਤੁਹਾਨੂੰ ਇਹ ਥਕਾਵਟ, ਸਰੀਰ ਟੁੱਟਦਾ ਜਿਹੜਾ ਉਹ ਜਾਂਦੀ ਨਹੀਂ ਹੈਗੀ। ਸੋ ਇਸ ਕਰਕੇ ਇਹ ਜਿਹੜੀ ਲੌਂਗ ਹਾਲ ਸਿੰਡਰੋਮ ਵਾਲਿਆਂ ਵਾਸਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਪੈਂਡੈਮਿਕ ਤੋਂ ਬਾਅਦ ਉਹਨਾਂ ਵਾਸਤੇ ਵੀ ਸਪੈਸ਼ਲ ਕਲੀਨਿਕਸ ਲਾਉਣੇ ਪੈਣ। ਪਰ ਦ ਪ੍ਰੋਬਲਮ ਇਜ਼ ਕਿ ਇਸ ਚੀਜ਼ ਵਾਸਤੇ ਕਲੀਨਿਕਸ ਤਾਂ ਲਾਈਏ ਕਿ ਜੇ ਇਹਦਾ ਇਲਾਜ ਹੋਵੇ, ਪਰ ਇਹਦਾ ਇਲਾਜ ਤਾਂ ਹੈ ਹੀ ਨਹੀਂ। ਸੋ ਇਸ ਕਰਕੇ ਬਾਡੀ ਨੇ ਆਪਣੇ ਆਪ ਹੌਲੀ ਉਹਨੂੰ ਫਾਈਟ ਕਰਨਾ ਹੈ। ਜਿਉਂ ਸਾਡੀ ਮੈਡੀਕਲ ਨੌਲੇਜ ਇਹਦੇ ਵਿੱਚ ਵੱਧਦੀ ਜਾਏਗੀ, ਜੇ ਕੋਈ ਦਵਾਈ ਨਿਕਲੀ ਇਹਦੇ ਵਾਸਤੇ ਤੇ ਫਿਰ ਉਹਦੇ ਦੇਣ ਵਾਸਤੇ ਹੋ ਸਕਦਾ ਕਿ ਪੋਸਟ ਪੈਂਡੈਮਿਕ ਕਲੀਨਿਕਸ ਇਹਨਾਂ ਨੂੰ ਬਣਾਉਣੇ ਪੈਣ। ਜੀ ਡਾਕਟਰ ਬਾਜਵਾ, ਜੇ ਅਸੀਂ ਸੀਨੀਅਰਸ ਦੀ ਗੱਲ ਕਰੀਏ ਤੇ ਖਾਸ ਕਰਕੇ ਓਨਟਾਰੀਓ ਦੇ ਵਿੱਚ ਹਲੇ ਵੀ 80+ ਕਈ ਸੀਨੀਅਰਸ ਅਜਿਹੇ ਹੈਗੇ ਨੇ ਜੋ ਕਿ ਆਪਣੇ ਪਰਸਨਲ ਕੇਅਰ ਗਿਵਰ ਦੇ ਨਾਲ, ਕੇਅਰ ਟੇਕਰਸ ਦੇ ਨਾਲ ਜਿਹੜੇ ਨੇ ਇੰਡੀਪੈਂਡੈਂਟਲੀ ਰਹਿ ਰਹੇ ਨੇ। ਉਹਨਾਂ ਨੂੰ ਫਿਲਹਾਲ ਵੈਕਸੀਨੇਟ ਨਹੀਂ ਕੀਤਾ ਜਾ ਰਿਹਾ। ਸਰਕਾਰ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਨੂੰ ਮਾਰਚ ਦੇ ਵਿੱਚ ਵੈਕਸੀਨੇਟ ਕਰਨਾ ਸ਼ੁਰੂ ਕਰਾਂਗੇ, ਡਿਪੈਂਡਿੰਗ ਔਨ ਦ ਸਪਲਾਈ ਐਂਡ ਮੇਬੀ ਇਟ ਕੁਡ ਟੇਕ ਅੰਟਿਲ ਜੁਲਾਈ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਫਿਲਹਾਲ ਵਾਇਰਸ ਤੋਂ ਇੰਨਾ ਜ਼ਿਆਦਾ ਖਤਰਾ ਨਹੀਂ ਹੈ, ਉਹਨਾਂ ਨੂੰ ਵੈਕਸੀਨੇਟ ਕਰਨ ਦੀ ਬਜਾਏ ਸੀਨੀਅਰਸ ਜਿਹੜੇ 80+ ਹੈਗੇ ਨੇ ਉਹਨਾਂ ਨੂੰ ਪਹਿਲਾਂ ਵੈਕਸੀਨੇਟ ਕਰਨਾ ਚਾਹੀਦਾ ਹੈ? Ontario government should follow the recommendations of National Advisory Committee on Immunizations. ਦੇਖੋ ਜਸਲੀਨ ਜੀ, ਇਸ ਚੀਜ਼ ਦੇ ਨਾਲ ਮੈਂ ਪੂਰਾ ਸਹਿਮਤ ਨਹੀਂ ਹੈਗਾ ਐਂਡ ਆਲ ਟੈਲ ਯੂ ਵਾਈ। ਮੈਂ ਮੰਨਦਾ ਕਿ ਅਬਵ 80 ਦੀ ਉਹਨਾਂ ਦੀ ਮੌਤ ਦੇ ਚਾਂਸਸ ਸਭ ਤੋਂ ਵੱਧ ਹੁੰਦੇ ਆ, ਦੈਟਸ ਟਰੂ। ਪਰ ਜਿਵੇਂ ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਫਲਾਈਟ ਲੈਂਦੇ ਆ ਤੇ ਏਅਰਪਲੇਨ ਦੇ ਵਿੱਚ ਕਹਿੰਦੇ ਆ, ਤੇ ਜਦੋਂ ਤੁਸੀਂ ਮਾਸਕ ਜੇ ਡਿੱਗੇ ਬਾਈ ਚਾਂਸ, ਜੇ ਪ੍ਰੈਸ਼ਰ ਘਟ ਜੇ, ਤੁਸੀਂ ਆਪਣੇ ਬੱਚੇ ਤੇ ਮਾਸਕ ਲਾਉਣ ਤੋਂ ਪਹਿਲਾਂ ਆਪਣੇ ਆਪ ਤੇ ਲਾਓ। ਜੇ ਤੁਸੀਂ ਹੋਸ਼ ਦੇ ਵਿੱਚ ਹੋਵੋਗੇ ਤੇ ਤਾਂ ਹੀ ਦੂਜੇ ਨੂੰ ਸੰਭਾਲ ਸਕੋਗੇ ਨਾ। ਸੋ ਇਟਸ ਦ ਸੇਮ ਥਿੰਗ ਕਿ ਜੇ ਸਾਡੇ ਹੈਲਥ ਕੇਅਰ ਵਰਕਰਸ ਬਿਮਾਰ ਹੋਣ ਲੱਗ ਪਏ, ਮੈਂ ਮੰਨਦਾ ਉਹਨਾਂ ਦੀ 30, 40, 50 ਸਾਲ ਦੀ ਉਮਰ ਹੋਣ ਕਰਕੇ ਮੌਤ ਦੇ ਉਹਨਾਂ ਨੂੰ ਘੱਟ ਚਾਂਸਸ ਹੈ 80 ਸਾਲ ਵਾਲਿਆਂ ਨੂੰ। ਪਰ ਜੇ ਉਹ ਬਿਮਾਰ ਹੋਣ ਲੱਗ ਪਏ ਤੇ ਹਫ਼ਤਾ, 2 ਹਫ਼ਤੇ, 3 ਹਫ਼ਤੇ, 4 ਹਫ਼ਤੇ ਛੁੱਟੀਆਂ ਲੈਣੀਆਂ ਪੈ ਗਈਆਂ ਉਹਨਾਂ ਨੂੰ,
ਤੇ ਫਿਰ ਸਾਡਾ ਹੈਲਥ ਕੇਅਰ ਸਿਸਟਮ ਕੋਲੈਪਸ ਹੋ ਹੀ ਜਾਏਗਾ ਬਿਕਾਜ਼ ਸਾਡੇ ਕੋਲੋਂ ਭਾਵੇਂ ਸਪੇਸ ਦੀ ਫੈਸਿਲਿਟੀ ਅਸੀਂ ਵਧਾ ਸਕਦੇ ਹਾਂ ਟੈਂਟ ਬਾਹਰ ਲਾ ਕੇ ਤੇ ਇਕਵਿਪਮੈਂਟ ਦੀ ਵੀ ਵਧਾ ਸਕਦੇ ਹਾਂ ਬਾਹਰੋਂ ਖਰੀਦ ਕੇ ਪਰ ਜਿਹੜੇ ਹੈਲਥ ਕੇਅਰ ਵਰਕਰਸ ਜਿਹੜੀ ਦੀ ਕੈਪੈਸਿਟੀ ਹੈ ਉਹ ਨਹੀਂ ਆਪਾਂ ਵਧਾ ਸਕਦੇ ਕਿਉਂਕਿ ਇੱਕ ਹੈਲਥ ਕੇਅਰ ਵਰਕਰ ਨੂੰ ਟ੍ਰੇਨ ਕਰਨ ਤੇ ਕਿੰਨੇ ਹੀ ਸਾਲ ਲੱਗ ਜਾਂਦੇ ਆ ਉਹ ਅਸੀਂ ਆਲਰੇਡੀ ਸਾਡੇ ਕੋਲ ਐਕਸੈਸ ਸਪਲਾਈ ਤਾਂ ਹੈ ਹੀ ਨਹੀਂ ਉਹ ਅਸੀਂ ਆਲਰੇਡੀ ਪੂਰੇ ਤੇ ਪਹੁੰਚੇ ਹਾਂ ਜੇ ਉਹ ਘਟਣ ਲੱਗ ਪਏ ਤੇ ਫਿਰ ਆਪਾਂ ਨੂੰ ਬਹੁਤ ਵੱਡੀ ਪ੍ਰੋਬਲਮ ਆਉਣੀ ਹੈ ਕਿ ਇਹਨਾਂ 80+ ਜਾਂ ਦੂਜੇ ਪੇਸ਼ੈਂਟਸ ਨੂੰ ਸੰਭਾਲਾਂਗੇ ਕਿਵੇਂ ਸੋ ਇਸ ਕਰਕੇ ਹੈਲਥ ਕੇਅਰ ਵਰਕਰਸ ਨੂੰ ਪ੍ਰੋਟੈਕਟ ਕਰਨਾ ਜ਼ਰੂਰੀ ਹੈਗਾ ਕਿਉਂਕਿ ਅਸੀਂ ਜੇ ਆਪ ਪ੍ਰੋਟੈਕਸ਼ਨ ਹੋਵਾਂਗੇ ਤਾਂ ਹੀ ਦੂਜਿਆਂ ਦੀ ਦੇਖਭਾਲ ਕਰ ਸਕਾਂਗੇ ਜੀ ਬਿਲਕੁਲ ਬਟ ਵਾਟ ਡੂ ਯੂ ਥਿੰਕ ਕਿ ਨੈਸ਼ਨਲ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਰეკਮੈਂਡੇਸ਼ਨਸ ਹੈਗੀਆਂ ਨੇ ਉਹਨਾਂ ਦੇ ਵਿੱਚ ਇਹ ਕਿਉਂ ਮੈਂਸ਼ਨ ਕੀਤਾ ਗਿਆ ਕਿ ਸੀਨੀਅਰ ਜਿਹੜੇ 80+ ਨੇ ਉਹਨਾਂ ਨੂੰ ਪਹਿਲਾਂ ਵੈਕਸੀਨੇਟ ਕਰਨਾ ਚਾਹੀਦਾ ਹੈ ਬਿਕਾਜ਼ ਉਹਨਾਂ ਦੀ ਮੌਤ ਦੇ ਸਭ ਤੋਂ ਵੱਧ ਚਾਂਸਸ ਨੇ ਸੋ ਉਹ ਵਾਲੇ ਪਲੱਸ ਹੋਰ ਜਿਹੜੇ ਡਾਇਲਿਸਿਸ ਪੇਸ਼ੈਂਟਸ ਨੇ ਜਿਹੜੇ ਲੰਗ ਵਾਲੇ ਮਰੀਜ਼ ਨੇ ਥੀਸ ਪੀਪਲ ਆਰ ਐਟ ਦ ਹਾਈਐਸਟ ਰਿਸਕ ਆਫ ਡੈਥ ਤਾਂ ਇਸ ਕਰਕੇ ਉਹਨਾਂ ਨੇ ਆਖਿਆ ਹੈਗਾ ਕਿ ਉਹਨਾਂ ਨੂੰ ਵੀ ਲਾਓ ਤੇ ਇਹ ਨਹੀਂ ਮੈਂ ਕਹਿੰਦਾ ਹੈਗਾ ਨਹੀਂ ਲਾਉਣੇ ਚਾਹੀਦੇ ਆ ਸਿਰਫ ਇਹ ਹੈ ਕਿ ਬੈਲੈਂਸ ਜ਼ਰੂਰੀ ਹੈਗਾ ਕਿ ਉਹਨਾਂ ਨੂੰ ਵੀ ਲਾਓ ਹਾਈ ਰਿਸਕ ਪੇਸ਼ੈਂਟਸ ਵਾਲਿਆਂ ਨੂੰ ਜਿਨ੍ਹਾਂ ਨੂੰ ਮੌਤ ਦੇ ਵੱਧ ਚਾਂਸਸ ਹੈ ਉਹਨਾਂ ਨੂੰ ਵੀ ਦਿਓ ਪਰ ਨਾਲ ਦੀ ਨਾਲ ਸੰਭਾਲਣ ਵਾਲਿਆਂ ਨੂੰ ਹੈਲਥ ਕੇਅਰ ਵਰਕਰਸ ਨੂੰ ਵੀ ਲਾਉਣੇ ਜ਼ਰੂਰੀ ਨੇ ਜੀ ਡਾਕਟਰ ਬਾਜਵਾ ਜਿਹੜੇ ਟੋਰਾਂਟੋ ਦੇ ਸਪੈਸ਼ਲਿਸਟ ਹੈਗੇ ਨੇ ਇਨਫੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਡਾਕਟਰ ਇਜ਼ਾਕ ਬੋਗੋਸ਼ ਉਹਨਾਂ ਦਾ ਕਹਿਣਾ ਹੈਗਾ ਕਿ ਜੇਕਰ ਕੈਨੇਡਾ ਦੇ ਵਿੱਚ ਥਰਡ ਵੇਵ ਆਉਂਦੀ ਹੈ ਤੇ ਜਿਹੜੇ ਸੀਨੀਅਰਸ ਹੈਗੇ ਨੇ ਅਗੇਨ 80+ ਸੀਨੀਅਰਸ ਔਰ ਖਾਸ ਕਰਕੇ ਜਿਹੜੀ ਰੇਸ਼ੀਅਲਾਈਜ਼ਡ ਕਮਿਊਨਿਟੀਜ਼ ਹੈਗੀਆਂ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਏਗਾ ਇਸ ਸੰਬੰਧੀ ਤੁਹਾਡਾ ਕੀ ਓਪੀਨੀਅਨ ਹੈ ਗੱਲ ਉਹਨਾਂ ਦੀ ਸਹੀ ਹੈ ਉਹਦੇ ਜਿਹੜੇ ਸੀਨੀਅਰਸ ਨੂੰ ਤਾਂ ਰਿਸਕ ਤਾਂ ਜ਼ਿਆਦਾ ਹੈ ਬਿਕਾਜ਼ ਆਫ ਏਜ ਤੇ ਸਾਨੂੰ ਇਹ ਵੀ ਪੱਕਾ ਪਤਾ ਹੈ ਕਿ ਇਹ ਵਾਲੀ ਜਿਹੜੀ ਵਾਇਰਸ ਏਜ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਵੱਧ ਅਟੈਕ ਕਰਦੀ ਹੈ ਉਹਨਾਂ ਦੇ ਸਭ ਤੋਂ ਵੱਧ ਬਿਮਾਰ ਹੋਣ ਦੇ ਤੇ ਮੌਤ ਹੋਣ ਦੇ ਚਾਂਸਸ ਵੱਧ ਹੈ ਦੂਜੀ ਗੱਲ ਇਹ ਕਿ ਰੇਸ਼ੀਅਲਾਈਜ਼ਡ ਕਮਿਊਨਿਟੀਜ਼ ਉਹਨਾਂ ਦੇ ਵਿੱਚ ਤਾਂ ਜ਼ਿਆਦਾ ਹੈ ਕਿਉਂਕਿ ਇੱਕ ਤਾਂ ਉਹਨਾਂ ਦੀ ਨਾਟ ਆਲ ਆਫ them ਬਟ ਇਨ ਜਨਰਲ ਉਹਨਾਂ ਦੀ ਸਿਹਤ ਅੱਗੇ ਥੋੜ੍ਹੀ ਜਿਹੀ ਮਾੜੀ ਹੁੰਦੀ ਹੈ ਬਿਕਾਜ਼ ਉਹਨਾਂ ਨੂੰ ਡਾਇਬੀਟੀਜ਼ ਐਂਡ ਹਾਰਟ ਡਿਜ਼ੀਜ਼ ਐਂਡ ਦੂਜੇ ਮੋਟਾਪਾ ਇਹ ਥੋੜ੍ਹੀ ਜਿਹੀ ਉਹਨਾਂ ਦੀ ਪਰਸੈਂਟੇਜ ਵੱਧ ਹੁੰਦੀ ਹੈ ਇਸ ਕਮਿਊਨਿਟੀ ਦੇ ਇਸ ਕਰਕੇ ਉਹਨਾਂ ਦੇ ਚਾਂਸਸ ਜ਼ਿਆਦਾ ਨੇ ਇਸ ਬਿਮਾਰੀ ਦੇ ਮਰੀਜ਼ ਬਣਨਾ ਦੂਜੀ ਗੱਲ ਇਹ ਹੈ ਕਿ ਉਹਨਾਂ ਦੀਆਂ ਨੌਕਰੀਆਂ ਵੀ ਇਹੋ ਜਿਹੀਆਂ ਹੁੰਦੀਆਂ ਜਿਹੜੇ ਫਰੰਟ ਲਾਈਨ ਹੁੰਦੀਆਂ ਆਮ ਤੌਰ 'ਤੇ ਉਹੀ ਜ਼ਿਆਦਾ ਸਿੱਕ ਹੁੰਦੇ ਆ ਫੈਕਟਰੀ ਵਰਕਰਸ ਮੀਟ ਵਰਕਰਸ ਟਰਾਂਸਪੋਰਟੇਸ਼ਨ ਵਰਕਰਸ ਪਬਲਿਕ ਹੈਲਥ ਕੇਅਰ ਸਿਸਟਮ ਦੇ ਵਿੱਚ ਜਿਹੜੇ ਹੁੰਦੇ ਆ ਇੰਟਰੈਕਸ਼ਨ ਸਟੋਰ ਕਲਰਕਸ ਉਹਨਾਂ ਦੀ ਜੌਬਸ ਵੀ ਉਹੋ ਜਿਹੀਆਂ ਹੁੰਦੀਆਂ ਸੋ ਇਸ ਕਰਕੇ ਉਹਨਾਂ ਦੇ ਚਾਂਸਸ ਵੀ ਜ਼ਿਆਦਾ ਹੈ ਇਸ ਬਿਮਾਰੀ ਦੇ ਮਰੀਜ਼ ਬਣਨਾ ਜੀ ਬਟ ਡਾਕਟਰ ਬਾਜਵਾ what do you think how can we prevent this from happening this is very difficult because ਉਹਨਾਂ ਦੇ ਜਿਹੜੇ ਸਟੈਟਿਸਟਿਕਸ ਹੁੰਦੇ ਆ ਆਮ ਤੌਰ ਤੇ ਸਟੈਟਿਸਟਿਕਸ ਬਾਈ ਰੇਸ ਇਹ ਰੱਖਦੇ ਨਹੀਂ ਹੁੰਦੇ ਬਹੁਤੇ ਜ਼ਿਆਦਾ ਕਿਉਂਕਿ ਜੇ ਤੁਸੀਂ ਉਹ ਰੇਸ਼ੀਅਲ ਸਟੈਟਿਸਟਿਕਸ ਰੱਖਣ ਲੱਗ ਪਓ ਤੇ ਫਿਰ ਉਹ ਕੰਪਲੇਨ ਕਰਦੇ ਕਿ ਤੁਸੀਂ ਬਾਈ ਰੇਸ ਸਾਨੂੰ ਇਹ ਨੰਬਰ ਤੁਸੀਂ ਰੱਖਦੇ ਕਿਉਂ ਸੋ ਇਸ ਕਰਕੇ ਉਹਨਾਂ ਨੂੰ ਵੈਕਸੀਨੇਟ ਕਰਨਾ ਦੂਜਿਆਂ ਤੋਂ ਅਬਵ ਭਾਵੇਂ ਸੈਂਸ ਬਣਦੀ ਵੀ ਹੋਵੇ ਪਰ ਇਹ ਇੰਨੀ ਪੋਲੀਟੀਕਲ ਹੌਟ ਇਸ਼ੂ ਬਣ ਜਾਏਗਾ ਕਿ ਦੂਜੀ ਬਾਕੀ ਪਬਲਿਕ ਕਹੇਗੀ ਕਿ ਨਹੀਂ ਅਸੀਂ ਕਿਉਂ ਪਿੱਛੇ ਸਾਨੂੰ ਛੱਡ ਰਹੇ ਹਾਂ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਇਸ ਚੀਜ਼ ਨੂੰ ਮੰਨੇਗੀ ਇਸ ਚੀਜ਼ ਨੂੰ ਟੈਕਲ ਕਰਨਾ ਭਾਵੇਂ ਸਹੀ ਹੋਵੇ ਭਾਵੇਂ ਨਾ ਜੀ ਡਾਕਟਰ ਬਾਜਵਾ ਐਸ ਵੀ ਡੋਨਟ ਨੋ ਯੈਟ ਕਿ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ ਥਰਡ ਵੇਵ ਆਏਗੀ ਉਹ ਛੋਟੀ ਵੇਵ ਹੋਏਗੀ ਜਾਂ ਵੱਡੀ ਹੋਏਗੀ ਬਟ ਯੂ ਥਿੰਕ ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਹੈਗਾ ਉਹ ਕੋਵਿਡ-19 ਦੇ ਇੰਪੈਕਟ ਨੂੰ ਪਹਿਲੀ 2 ਵੇਵਸ ਦੇ ਨਾਲੋਂ ਬੈਟਰ ਐਬਜ਼ੌਰਬ ਕਰ ਲਏਗਾ ਜਾਂ ਫਿਰ ਅਸੀਂ ਇਸ ਨੂੰ ਪੂਰੀ ਤਰ੍ਹਾਂ ਹਾਵੀ ਹੋਣ ਤੋਂ ਕਿਸ ਤਰ੍ਹਾਂ ਬਚਾ ਸਕਦੇ ਹਾਂ ਸੋ ਜਸਟ ਲਾਈਕ ਪਬਲਿਕ ਨੂੰ ਨੌਲੇਜ ਹੋ ਗਈ ਹੋਈ ਹੈ ਕਿ ਇਸ ਚੀਜ਼ ਨੂੰ ਕਿਵੇਂ ਬਚਾ ਰੱਖ ਸਕਦੇ ਹਾਂ ਸੇਮ ਥਿੰਗ ਹੈਲਥ ਕੇਅਰ ਸਿਸਟਮ ਨੂੰ ਵੀ ਤੇ ਹੈਲਥ ਕੇਅਰ ਸਿਸਟਮ ਪ੍ਰੋਫੈਸ਼ਨਲਸ ਨੂੰ ਵੀ ਉਹਨਾਂ ਨੂੰ ਵੀ ਇਸ ਚੀਜ਼ ਦੀ ਜ਼ਿਆਦਾ ਨੌਲੇਜ ਹੋ ਗਈ ਹੋਈ ਹੈ ਕਿ ਕਿਹੜੀਆਂ ਦਵਾਈਆਂ ਦਾ ਬੈਸਟ ਕੰਬੀਨੇਸ਼ਨ ਹੋ ਸਕਦਾ ਹੈ ਇਹਨੂੰ ਕੰਟਰੋਲ ਕਰਨ ਵਾਸਤੇ ਕਿੰਨਾ ਜਾਣਿਆਂ ਨੂੰ ਆਕਸੀਜਨ ਦੀ ਲੋੜ ਹੈ ਕਿਹਨੂੰ ਨਹੀਂ ਲੋੜ ਹੈ ਕਿ ਜੇ ਬਾਈ ਚਾਂਸ ਆਕਸੀਜਨ ਦੀ ਲੋੜ ਹੈਗੀ ਵੀ ਹੈ ਤੇ ਜੇ ਸਾਡਾ ਸਿਸਟਮ ਪੀਕ ਤੇ ਪਹੁੰਚ ਵੀ ਗਿਆ ਹੋਏਗਾ ਉਹਨਾਂ ਦੇ ਵਾਸਤੇ ਆਲਰੇਡੀ ਸੈਟਅਪ ਕੀਤਾ ਹੋਇਆ ਕਿ ਅਸੀਂ ਤੁਹਾਨੂੰ ਜਿਹੜੀ ਆਕਸੀਜਨ ਅਸੀਂ ਹਸਪੀਟਲ ਦੇ ਵਿੱਚ ਤੁਹਾਨੂੰ ਦੇਣੀ ਸੀ ਅਸੀਂ ਉਹ ਤੁਹਾਨੂੰ ਪੋਰਟੇਬਲ ਟੈਂਕ ਤੁਹਾਨੂੰ ਘਰ ਹੀ ਪਹੁੰਚਾ ਦਿੰਦੇ ਹਾਂ ਤੇ ਤੁਸੀਂ ਐਟ ਹੋਮ ਤੁਸੀਂ ਉਹ ਰੈਸਟ ਕਰ ਸਕਦੇ ਹੋ ਸੋ ਇਸ ਕਰਕੇ ਲੱਗਦਾ ਹੈ ਕਿ ਭਾਵੇਂ ਥਰਡ ਵੇਵ ਹੋ ਸਕਦਾ ਹੈ ਸੈਕਿੰਡ ਨਾਲੋਂ ਜ਼ਿਆਦਾ ਵੀ ਹੋਵੇ
ਪਰ ਸਾਡੇ ਸਿਸਟਮ ਨੇ ਇਸ ਚੀਜ਼ ਨੂੰ ਲਰਨ ਕਰ ਲਿਆ ਹੋਇਆ ਕਿ ਕਿਵੇਂ ਕੋਪ ਕਰਨਾ ਹੈ ਤੇ ਕਿਵੇਂ ਸਿਸਟਮ ਨੂੰ ਹੈਲਥੀ ਰੱਖਣਾ ਕਿ ਕੋਲੈਪਸ ਨਾ ਹੋ ਜਾਏ। ਜੀ ਡਾਕਟਰ ਬਾਜਵਾ, ਅਖੀਰ ਦੇ ਵਿੱਚ ਕੋਈ ਰეკਮੈਂਡੇਸ਼ਨਸ ਐਂਡ ਟਿਪਸ ਫॉर द ਵੀਵਰਸ? ਜਦੋਂ ਤੁਹਾਡੀ ਵਾਰੀ ਆਈ ਵੈਕਸੀਨ ਦੀ ਤੇ ਤੁਸੀਂ ਪਲੀਜ਼ ਲਵਾ ਲਿਓ। ਹਜੇ ਤੱਕ ਵੀ ਬਹੁਤ ਲੋਕਾਂ ਤੋਂ ਮੈਂ ਸੁਣ ਰਿਹਾ ਹੈਗਾ, ਇਨਕਲੂਡਿੰਗ ਹੈਲਥਕੇਅਰ ਵਰਕਰਸ, ਜਿਹੜੇ ਮੈਂ ਬਹੁਤ ਸਰਪ੍ਰਾਈਜ਼ਡ ਹਾਂ, ਜਿਹੜੇ ਕਹਿੰਦੇ ਆ ਕਿ ਅਸੀਂ ਨਹੀਂ ਇਹ ਵੈਕਸੀਨ ਲਵਾਉਣੀ। ਪਰ ਜਦੋਂ ਰੀਜ਼ਨ ਮੈਂ ਉਹਨਾਂ ਨੂੰ ਪੁੱਛਦਾ ਕਿ ਕੀ ਰੀਜ਼ਨ ਹੈ, ਦੇ ਡੋਂਟ ਹੈਵ ਅ ਗੁੱਡ ਰੀਜ਼ਨ। ਫॉर ਸਮ ਰੀਜ਼ਨ ਡਰਦੇ ਨੇ। ਸੋ ਇਸ ਕਰਕੇ ਤੁਸੀਂ ਆਪਣੇ ਡਾਕਟਰ ਨੂੰ ਪੁੱਛੋ, ਆਪਣੇ ਗਵਰਨਮੈਂਟ ਦੇ ਜਿਹੜੇ ਰਿਸਪੈਕਟਡ ਡਾਕਟਰਸ ਆ ਉਹਨਾਂ ਦੀ ਗੱਲ ਮੰਨੋ। ਮੈਂ ਵੀ ਬਾਰ-ਬਾਰ ਆਪਣੀ ਵੀਡੀਓਜ਼ ਦੇ ਵਿੱਚ ਇਹੀ ਕਹਿੰਦਾ ਕਿ ਥੀਸ ਆਰ ਦ ਫੈਕਟਸ ਦੇ ਉੱਪਰ ਤੁਸੀਂ ਆਪਣਾ ਬੇਸ ਕਰੋ ਆਪਣੇ ਡਿਸੀਜਨ, ਨਾ ਕਿ ਜਿਹੜੀਆਂ ਗਲਤ ਅਫਵਾਹਾਂ, ਪ੍ਰੋਪੇਗੈਂਡਾ ਜਿਹੜਾ ਚੱਲ ਰਿਹਾ, ਜਿਹੜਾ ਔਨ ਇੰਟਰਨੈਟ, ਉਹ ਚੀਜ਼ਾਂ ਦਾ ਤੁਸੀਂ ਨਾ ਮੰਨੋ। ਜਦੋਂ ਵੈਕਸੀਨ ਦੀ ਵਾਰੀ ਆਈ, ਦੇ ਆਰ ਵੈਰੀ ਸੇਫ, ਲਵਾ ਲਿਓ। ਜੀ, ਜਿਸ ਤਰ੍ਹਾਂ ਡਾਕਟਰ ਬਾਜਵਾ ਤੁਸੀਂ ਗੱਲ ਕੀਤੀ ਹੈ ਕਿ ਰੀਜ਼ਨ ਦੀ, ਆਈ ਥਿੰਕ ਕੁਝ ਲੋਕਾਂ ਦਾ ਕਹਿਣਾ ਹੈਗਾ ਕਿ ਦੇ ਡੋਨਟ ਵਾਂਟ ਟੂ ਗੈਟ ਵੈਕਸੀਨੇਟਿਡ ਬਿਕੋਜ਼ ਕਿਤੇ ਨਾ ਕਿਤੇ ਜਿਹੜੀ ਵੈਕਸੀਨੇਸ਼ਨ ਹੈ ਉਹ ਅੰਦਰ ਪਾਰਟਸ ਨੂੰ ਇਫੈਕਟ ਕਰ ਰਹੀ ਹੈ, ਉਹਦੇ ਸਾਈਡ ਇਫੈਕਟਸ ਹੈਗੇ ਨੇ। ਬਿਲਕੁਲ, ਐਂਡ ਦੈਟਸ ਵਨ ਆਫ ਦੋਜ਼ ਗਲਤ ਅਫਵਾਹਾਂ ਜਿਹੜੀਆਂ ਮੈਂ ਪਿਛਲੀ ਵੀਡੀਓਜ਼ ਦੇ ਵਿੱਚ ਬੋਲਿਆ ਸੀਗਾ। ਕੁਝ ਲੋਕ ਸੋਚਦੇ ਆ ਕਿ RNA, mRNA ਵਾਇਰਸ ਇਹ ਮੇਰੇ DNA ਦੇ ਵਿੱਚ ਵੜ ਜਾਣੀ ਹੈ ਤੇ ਉਹਨੂੰ ਖਰਾਬ ਕਰੇਗੀ। ਉਹਦੇ ਬਾਰੇ ਮੈਂ ਇੱਕ ਪੂਰੀ ਵੀਡੀਓ ਕੀਤੀ ਹੋਈ ਹੈ ਤਿਆਰ, ਜਿਹੜੇ ਦੱਸਦਾ ਕਿ ਦੈਟਸ ਨਾਟ ਟਰੂ। ਇਹ ਬਿਲਕੁਲ ਗਲਤ ਗੱਲ ਹੈ। ਸੋ ਇਸ ਕਰਕੇ ਜਿਹੜਾ ਡਰ ਪਿਆ ਹੋਇਆ ਤੇ ਉਹ ਡਰ ਨੂੰ ਸਿਰਫ ਫੈਕਟਸ, ਨੌਲੇਜ ਦੇ ਨਾਲ ਆਪਾਂ ਉਸ ਚੀਜ਼ ਨੂੰ ਅਪੋਜ਼ ਕਰ ਸਕਦੇ ਹਾਂ। ਤੇ ਉਹ ਨੌਲੇਜ ਲਓ, ਤੁਸੀਂ ਆਪਣੇ ਆਪ ਨੂੰ ਐਜੂਕੇਟ ਕਰੋ ਤੇ ਫਿਰ ਤੁਸੀਂ ਡਿਸਾਈਡ ਕਰੋ ਮੈਂ ਨਹੀਂ ਲੈਣੀ ਜਾਂ ਲੈਣੀ ਹੈ। ਜੀ ਡਾਕਟਰ ਬਾਜਵਾ, ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਜਾਣਕਾਰੀ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ, ਇਟ ਵਾਸ ਵੈਰੀ ਨਾਈਸ ਟਾਕਿੰਗ ਟੂ ਯੂ ਵਾਂਸ ਅਗੇਨ। ਪਲੀਜ਼ ਸਟੇ ਸੇਫ। ਥੈਂਕ ਯੂ ਜਸਲੀਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਲਿਖ ਕੇ ਭੇਜੋ feedback@ptcnetwork.com ਤੇ। ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।